ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਂਝ ਘਰ ਗ੍ਰਸਤੀ ਦਾ ਵਧੇਰੇ ਭਾਰ ਹੁਣ ਮਾਤਾ ਜੀ ਉੱਤੇ ਸੀ। ਉਹ ਸਭ ਸਹਿਨਸ਼ੀਲਤਾ ਨਾਲ ਨਿਭਾ ਰਹੇ ਸਨ। ਮਾਤਾ ਜੀ ਉੱਤੇ ਆਪਣੇ ਪੇਕੇ ਪਰਿਵਾਰ ਦੀ ਵੀ ਵੱਡੀ ਜ਼ਿੰਮੇਵਾਰੀ ਸੀ। ਆਪ 4 ਭਰਾਵਾਂ ਦੀ ਇਕੱਲੀ ਭੈਣ ਸਨ ਅਤੇ ਸਾਰੇ ਭਰਾਵਾਂ ਤੋਂ ਵੱਡੇ ਸਨ। ਮਾਤਾ ਪਿਤਾ ਛੋਟੇ ਹੁੰਦਿਆਂ ਹੀ ਪਲੇਗ ਦੀ ਮਹਾਮਾਰੀ ਵਿੱਚ ਚੜ੍ਹਾਈ ਕਰ ਗਏ ਸਨ। ਘਰ ਵਿੱਚ ਕੋਈ ਆਸਰਾ ਨਹੀਂ ਸੀ ਰਿਹਾ। ਭਰਾਵਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਮੋਢਿਆਂ ਤੇ ਆ ਪਈ। ਵਿਆਹ ਤੋਂ ਬਾਅਦ ਵੀ ਆਪ ਪੇਕੇ ਪਿੰਡ ਭਕੀਵੇਂ ਜ਼ਿਲ੍ਹਾ ਗੁਰਦਾਸਪੁਰ ਅਕਸਰ ਜਾਂਦੇ ਤੇ ਰਹਿੰਦੇ। ਜੋਗਿੰਦਰ ਨੇ 8ਵੀਂ ਜਮਾਤ ਕਲਾਨੌਰ ਦੇ ਸਕੂਲ ਤੋਂ ਪਾਸ ਕੀਤੀ ਅਤੇ ਭਕੀਵੇਂ ਹੀ ਵਧੇਰੇ ਸਮਾਂ ਰਹਿੰਦਾ ਸੀ। 9ਵੀਂ ਜਮਾਤ ਵਿੱਚ ਆ ਕੇ ਖਾਲਸਾ ਸਕੂਲ ਬੁਰਜ ਸਾਹਿਬ ਵਿੱਚ ਦਾਖਲ ਹੋਇਆ। ਇਸ ਤਰ੍ਹਾਂ ਮਾਤਾ ਜੀ ਨੇ ਪੇਕੇ ਤੇ ਸਹੁਰੇ ਪਰਿਵਾਰ ਵਿੱਚ ਬੜਾ ਸੰਘਰਸ਼ਮਈ ਜੀਵਨ ਬਤੀਤ ਕੀਤਾ। ਇੱਧਰ ਸੰਤਾਂ ਨੂੰ ਨਾਮ ਬਾਣੀ ਤੋਂ ਇਲਾਵਾ ਸਭ ਕੁਝ ਵਿਖਿਆ ਦੇ ਸਮਾਨ ਭਾਸਤਾ। ਮਨ, ਬਚਨ, ਕਰਮ ਪੂਰੀ ਤਰ੍ਹਾਂ ਈਸ਼ਵਰ ਪਰਾਇਣ ਹੋ ਚੁੱਕੇ ਸਨ। ਸੰਸਾਰਕ ਬੰਧਨ ਸਭ ਇੱਕ ਇੱਕ ਕਰਕੇ ਟੁੱਟਦੇ ਜਾ ਰਹੇ ਸਨ। ਦੇਹ ਦਾ ਮੋਹ ਵੀ ਛੁੱਟ ਰਿਹਾ ਸੀ। ਆਪ ਨੇ ਦਸਤਾਰ ਸਜਾਉਣੀ ਛੱਡ ਦਿੱਤੀ। ਸਿਰ ਤੇ ਖੱਦਰ ਦਾ ਪਰਨਾ, ਗਲ ਖੱਦਰ ਦਾ ਚਿੱਟਾ ਕੁੜਤਾ, ਤੇੜ ਖੱਦਰ ਦਾ ਪਰਨਾ, ਪੈਰੀ ਕੋਈ ਜੋੜਾ ਨਾ ਸਜਾਉਣਾ। ਸਾਰਾ ਦਿਨ ਕਾਰ ਵਿਹਾਰ ਕਰਕੇ ਸ਼ਾਮ ਨੂੰ ਖੂਹੀ ਤੋਂ ਇਸ਼ਨਾਨ ਕਰਨਾ ਜਾਂ 5 ਇਸ਼ਨਾਨਾਂ ਕਰਨਾ ਤੇ ਪੈਰੀ ਖੜਾਵਾਂ ਸਜਾ ਲੈਣੀਆਂ। ਫਕੀਰੀ ਦੀ ਕਮਾਲ ਵੇਖੋ। ਇਹ ਖੜਾਵਾਂ ਇੱਕ ਸਧਾਰਨ ਫੱਟੀ ਦੀਆਂ ਘੜ ਕੇ ਉੱਪਰ ਪਾਸਿਆਂ ਵੱਲ ਕਿੱਲ ਠੋਕ ਕੇ ਰੱਸੀ ਬੱਧੀ ਹੁੰਦੀ ਸੀ। ਕਈ ਵਾਰੀ ਰੱਸੀ ਨੂੰ ਟਾਕੀਆਂ ਲਪੇਟ ਲੈਣੀਆਂ ਤਾਂ ਜੋ ਉਹ ਪੈਰਾਂ ਵਿੱਚ ਖੁੱਭੇ ਨਾ ਤੇ ਚੰਗੀ ਤਰ੍ਹਾਂ ਅੜ ਜਾਵੇ। ਕਾਫੀ ਸਮਾਂ ਇੰਝ ਹੀ ਚੱਲਦਾ ਰਿਹਾ। 1947 ਤੋਂ ਬਾਅਦ ਜਦੋਂ ਆਪ ਨੇ ਕੁਟੀਆ ਵਿੱਚ ਡੇਰਾ ਕਰ ਲਿਆ ਤਾਂ ਆਪ ਨੇ ਉਹੀ ਖੜਾਵਾਂ ਸ਼ਾਮ ਨੂੰ ਸਜਾ ਲੈਣੀਆਂ। ਆਪ ਦੇ 2 ਅਨੰਨ ਪ੍ਰੀਤਵਾਨ ਸ਼ਰਧਾਲੂ, 2 ਈਸਾਈ ਵੀਰੂ ਤੇ ਇੱਕ ਹੋਰ ਸਨ, ਨੇਮ ਨਾਲ ਡੇਰੇ ਆਉਂਦੇ। ਇੱਕ ਦਿਨ ਬੇਨਤੀ ਕਰਨ ਲੱਗੇ, ਮਹਾਰਾਜ ਜੀ ਇੱਕ ਬੇਨਤੀ ਹੈ, ਜੇ ਪ੍ਰਵਾਨ ਹੋਵੇ। ਸੰਤ ਕਹਿਣ ਲੱਗੇ, ਦੱਸੋ। ਉਹ ਕਹਿਣ ਲੱਗੇ, ਜੀ ਪ੍ਰਵਾਨ ਜ਼ਰੂਰ ਕਰਿਓ। ਸੰਤ ਕਹਿਣ ਲੱਗੇ, ਦੱਸ, ਸ਼ਾਇਦ ਤੇਰੀ ਗੱਲ ਮੰਨ ਹੀ ਲਵੇ। ਉਹ ਕਹਿਣ ਲੱਗੇ, ਜੀ ਕਿਰਪਾ ਕਰੋ, ਜੋੜਾ ਸਜਾਇਆ ਕਰੋ। ਸਾਡੇ ਜੋੜੇ ਸਜਾਏ ਕੀ ਕਹਿੰਦੇ ਨੇ, ਜੇ ਆਪ ਨੰਗੇ ਪੈਰੀ ਹੋ। ਕਿਰਪਾ ਕਰੋ, ਬੇਨਤੀ ਪ੍ਰਵਾਨ ਕਰ ਲਓ। ਸੰਤਾਂ ਨੇ ਜੋੜਾ ਸਜਾਉਣਾ ਸ਼ੁਰੂ ਕਰ ਦਿੱਤਾ। ਪਰ ਉਸ ਜੋੜੇ ਨੂੰ ਤੋਪੇ ਟਾਂਕੇ ਲੱਗੇ ਹੁੰਦੇ ਸਨ। ਆਪਣੇ ਕੋਲ ਇੱਕ ਤਿੱਖੀ ਕਰਦ ਰੱਖਦੇ, ਕੰਧਈ ਮੰਗਵਾ ਲੈਂਦੇ ਤੇ ਕੋਈ ਵੀ ਚਮੜੇ ਜਾਂ ਰਬੜ ਦਾ ਕੁਝ ਮਿਲਦਾ ਉਸ ਨੂੰ ਕੱਟ ਕੇ ਆਪ ਹੀ ਜੋੜੇ ਤੇ ਗੰਢ ਲੈਂਦੇ। ਗਰਮੀਆਂ 'ਚ ਨੰਗੇ ਪੈਰੀ ਤੇ ਸਰਦੀਆਂ 'ਚ ਉਹ ਜੋੜਾ ਹੁੰਦਾ। ਹੱਥ ਵਿੱਚ 5-6 ਫੁੱਟ ਦਾ ਇੱਕ ਸੋਟਾ ਹੁੰਦਾ। ਪੂਰੀ ਤਰ੍ਹਾਂ ਫਕੀਰੀ ਧਾਰਨ ਕਰ ਲਈ। ਸਰੀਰ ਵੱਲ ਤਾਂ ਕੋਈ ਧਿਆਨ ਹੀ ਨਹੀਂ ਸੀ। ਦੇਹ ਅਭਿਮਾਨ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਜੇ ਧਿਆਨ ਸੀ ਤਾਂ ਅੰਤਰਾਤਮੇ ਵੱਲ। ਮਾਤਾ ਜੀ ਨੇ ਦੱਸਿਆ, ਮੈਨੂੰ ਅਜੇ ਕੁਝ ਦਿਨ ਹੀ ਆਈ ਨੂੰ ਹੋਏ ਸਨ ਕਿ ਆਪ ਬਾਬਾ ਜੀ ਇੱਕ ਦਿਨ ਰਸੋਈ ਵਿੱਚ ਚੁੱਲ੍ਹੇ ਮੂਹਰੇ ਪੀੜ੍ਹੀ ਉੱਤੇ ਬੈਠੇ ਸਨ। ਮੈਂ ਪ੍ਰਸ਼ਾਦੇ ਪਕਾਉਣ ਲੱਗ ਪਈ। ਮੈਂ ਖੁਸ਼ ਸਾਂ ਕਿ ਇਹ ਗਰਮ ਗਰਮ ਪ੍ਰਸ਼ਾਦਾ ਛਕਣਗੇ, ਪਰ ਉਹ ਤਾਂ ਕੁਝ ਹੋਰ ਹੀ ਕੌਤਕ ਕਰਨ ਲੱਗ ਪਏ। ਨਵਾਂ ਕੁੜਤਾ ਪਾਇਆ ਹੋਇਆ ਸੀ, ਤੇੜ ਚਾਦਰਾ ਬੰਨਿਆ ਸੀ। ਇਹਨਾਂ ਨੇ ਚੁੱਲ੍ਹੇ 'ਚੋਂ ਇੱਕ ਬਲਦੀ ਸੋਟੀ ਫੜੀ ਤੇ ਕੁੜਤੇ ਦੇ ਇੱਕ ਕਫ਼ ਨੂੰ ਲਾ ਕੇ ਸਾੜ ਦਿੱਤਾ। ਫਿਰ ਦੂਜਾ ਵੀ ਸਾੜ ਦਿੱਤਾ। ਮੈਂ ਕਿਹਾ ਕਿ ਇਹ ਕੀ ਕਰਨ ਡਏ ਹੋ? ਕਹਿਣ ਲੱਗੇ, ਟੌਰ ਦੀ ਵਾਸ਼ਨਾ ਨੂੰ ਲੂਤੀ ਲਾਉਣ ਲੱਗਾ ਵਾਂ। ਮੈਨੂੰ ਸਮਝ ਨਾ ਆਈ। ਮੈਂ ਅੰਦਰੇ ਅੰਦਰ ਬੜਾ ਖਿਜੀ। ਨਵੀਂ ਸਾਂ ਅਜੇ, ਬੋਲਣਾ ਕੀ ਸੀ। ਕੁੜਤੇ ਦੀਆਂ ਦੋਹੇ ਬਾਹਾਂ ਅਰਕਾਂ ਤੱਕ ਸਾੜ ਸੁੱਟੀਆਂ। ਕਹਿਣ ਲੱਗੇ, ਹੁਣ ਪਾਉਣ ਵਾਲਾ ਹੋਇਆ ਹੈ। ਐਸੇ ਸੁਭਾਅ ਵਾਲੇ ਸਨ ਤੁਹਾਡੇ ਬਾਬਾ ਜੀ।
ਮੁੱਢ ਤੋਂ ਹੀ ਬਿਰਤੀ ਉਚਾਟ ਰਹੀ। ਆਪ ਬਚਨ ਕਰਿਆ ਕਰਦੇ ਸਨ, ਕਈ ਸਾਲ ਤਾਂ ਅੱਖਾਂ ਤੋਂ ਥੱਲੇ ਸਰੀਰ ਦਾ ਪਤਾ ਹੀ ਨਹੀਂ ਲੱਗਾ ਹੈ ਵੀ ਕਿ ਨਹੀਂ, ਉਤਾਂ ਹੀ ਰਿਹਾ। ਸੁਰਤ ਪੂਰੀ ਤਰ੍ਹਾਂ ਗਗਨੰਤਰ ਵਾਸੀ ਹੋ ਗਈ ਸੀ। ਇੰਜ ਹੀ ਖਾਣ ਪੀਣ ਦੇ ਸਵਾਦ ਵੀ ਪੂਰੀ ਤਰ੍ਹਾਂ ਛੁੱਟ ਗਏ ਸਨ। ਖੱਟੀ ਲੱਸੀ ਗੁੜ ਪਾ ਕੇ ਵਧੇਰੇ ਪੀਂਦੇ। ਘਰੋਂ ਪ੍ਰਸ਼ਾਦਾ ਛਕ ਕੇ ਕੁਟੀਆ 'ਚ ਆ ਬਰਾਜਣਾ। ਜਦੋਂ ਕਦੇ ਮਾਤਾ ਜੀ ਇੱਧਰ ਉੱਧਰ ਗਏ ਹੁੰਦੇ ਤਾਂ ਆਪ ਨੇ ਆਪ ਹੀ ਵੱਡੇ ਸਾਰੇ ਪੇੜੇ ਦਾ ਇੱਕ ਹੀ ਮੋਟਾ ਠੁੱਲਾ ਪ੍ਰਸ਼ਾਦਾ ਸੇਕ ਲੈਣਾ ਤੇ ਛਕ ਲੈਣਾ। ਸਵਾਦ ਵਾਲੀ ਕੋਈ ਗੱਲ ਨਹੀਂ ਸੀ ਰਹੀ। ਆਪ ਦਾ ਛੋਟਾ ਲੜਕਾ ਜੋਗਿੰਦਰ ਸਿੰਘ, ਜੋ ਪੂਰੀ ਤਰ੍ਹਾਂ ਸਾਧੂ ਬਿਰਤੀ ਦਾ ਮਾਲਕ ਸੀ, ਆਪ ਦੀ ਮਦਦ ਕਰਦਾ। ਦੋਹਾਂ ਦੀ ਪਿਓ ਪੁੱਤਰ ਨਾਲੋਂ ਅੰਤਰੀਵੀ ਨਾਮ ਦੀ ਸਾਂਝ ਵਧੇਰੇ ਸੀ। ਆਪ ਜੋਗਿੰਦਰ ਬਾਰੇ ਬਚਨ ਵੀ ਕਰਿਆ ਕਰਦੇ ਸਨ ਕਿ ਇਹ ਬਣਿਆ ਬਣਾਇਆ ਸਾਧ ਹੈ। ਪਿੰਡ ਉਦੋਕੇ ਦਾ ਭੋਲਾ ਸਿੰਘ ਵੀ ਪਹਿਲੇ ਸਮਿਆਂ ਤੋਂ ਆਪ ਦਾ ਪਿਆਰਾ ਸ਼ਰਧਾਲੂ ਸੀ। ਲਗਭਗ 1950 ਸਨ ਦੀ ਗੱਲ ਹੈ। ਉਹ ਆਪ ਦੇ ਦਰਸ਼ਨ ਕਰਨ ਆਇਆ। ਵੇਖਿਆ ਤਾਂ ਆਪ ਕੁਟੀਆ ਵਿੱਚ ਨਹੀਂ ਸਨ। ਇੱਧਰ ਉੱਧਰ ਪਤਾ ਕੀਤਾ ਪਰ ਕੋਈ ਥਹੁ ਪਤਾ ਨਾ ਲੱਗਾ। ਸੋਚਿਆ ਘਰ ਜਾਵਾਂ, ਸ਼ਾਇਦ ਘਰ ਹੋਣਗੇ। ਨਾ ਹੋਇਆ ਤਾਂ ਮਹਿੰਦਰ ਸਿੰਘ ਸਪੁੱਤਰ ਨੂੰ ਪੁੱਛ ਲਵਾਂਗਾ। ਜਦੋਂ ਭੋਲਾ ਸਿੰਘ ਘਰ ਗਿਆ ਤਾਂ ਮਾਤਾ ਜੀ ਨੇ ਦੱਸਿਆ ਕਿ ਸਵੇਰ ਦੇ ਹੀ ਕਿਤੇ ਚਲੇ ਗਏ ਹਨ, ਪਤਾ ਨਹੀਂ ਕਿੱਧਰ ਗਏ ਨੇ। ਕਿਹੜਾ ਕਦੇ ਦੱਸ ਕੇ ਜਾਂਦੇ ਨੇ। ਜਿੱਥੇ ਕਿਤੇ ਕਿਸੇ ਸਾਧ ਦੀ ਦੱਸ ਪਈ ਉੱਧਰ ਹੀ ਚਲੇ ਗਏ। ਮਹਿੰਦਰ ਸਿੰਘ ਵੀ ਘਰ ਨਹੀਂ, ਖੂਹ ਤੇ ਹੈ। ਜੋਗਿੰਦਰ ਸਿੰਘ ਛੋਟਾ ਸਪੁੱਤਰ ਖਰਾਸ ਉੱਤੇ ਦਾਣੇ ਪੀ ਰਿਹਾ ਹੈ। ਭੋਲਾ ਸਿੰਘ ਨੇ ਸੋਚਿਆ, ਚਲੋ ਹੋਰ ਨਹੀਂ ਤਾਂ ਜੋਗਿੰਦਰ ਸਿੰਘ ਨੂੰ ਹੀ ਮਿਲ ਚੱਲੀਏ, ਉਹ ਵੀ ਸਾਧ ਹੀ ਹੈ। ਜਦੋਂ ਉਹ ਖਰਾਸ ਲਾਗੇ ਪੁੱਜਾ ਤਾਂ ਉਸਨੇ ਜੋ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਿਆ। ਖਰਾਸ ਉੱਪਰ ਬਲਦ ਜੁੱਤੇ ਹੋਏ ਹਨ, ਪਰ ਬਲਦਾਂ ਨਾਲੋਂ ਬਹੁਤਾ ਜ਼ੋਰ ਗਾਦੀ ਨੂੰ ਪਿੱਛੋਂ ਜੋਗਿੰਦਰ ਲਾ ਰਿਹਾ ਹੈ। ਪੂਰੇ ਜ਼ੋਰ ਨਾਲ ਗਾਦੀ ਨੂੰ ਅੱਗੇ ਧੱਕ ਰਿਹਾ ਹੈ। ਪਸੀਨੋ ਪਸੀਨੀ ਹੋਇਆ ਤਾਂ ਜੋ ਬਲਦਾਂ ਦਾ ਜ਼ੋਰ ਬਹੁਤਾ ਨਾ ਲੱਗੇ। ਭੋਲਾ ਸਿੰਘ ਨੇ ਸੋਚਿਆ, ਸਾਧ ਦਾ ਪੁੱਤਰ ਵੀ ਸਾਧ ਹੈ। ਉਸਨੇ ਜੋਗਿੰਦਰ ਨੂੰ ਆਵਾਜ਼ ਦਿੱਤੀ। ਜੋਗਿੰਦਰ ਨੇ ਖਰਾਸ ਰੋਕ ਦਿੱਤਾ। ਇਹ ਕੀ ਕਰ ਰਿਹਾ? ਭੋਲਾ ਸਿੰਘ ਨੇ ਪੁੱਛਿਆ। ਕੁਝ ਨਹੀਂ, ਬਸ ਕਣਕ ਪੀ ਰਿਹਾ ਹਾਂ। ਸੋਚਿਆ, ਇਹ ਬੇਜ਼ਬਾਨੇ ਵਿਚਾਰੇ ਆਪਣੇ ਦੁੱਖ ਦੱਸ ਨਹੀਂ ਸਕਦੇ। ਜਿੰਦ ਤਾਂ ਇਹਨਾਂ ਵਿੱਚ ਵੀ ਸਾਡੇ ਵਰਗੀ ਹੈ, ਜੋਤ ਤਾਂ ਇਹਨਾਂ ਵਿੱਚ ਵੀ ਹੈ, ਇਸ ਲਈ ਪਿੱਛੋਂ ਧੱਕਾ ਲਾ ਰਿਹਾ ਸਾਂ। ਭੋਲਾ ਸਿੰਘ ਨੇ ਉਸਦੇ ਚਰਨਾਂ 'ਤੇ ਨਮਸਕਾਰ ਕਰਨੀ ਚਾਹੀ, ਪਰ ਐਵੇਂ ਰੁਕ ਗਿਆ। ਲੋਕ ਕੀ ਕਹਿਣਗੇ? ਪਰ ਅੰਦਰੋਂ ਪੂਰੀ ਤਰ੍ਹਾਂ ਝੁਕ ਗਿਆ। ਧੰਨ ਸੋ ਜਨਨੀ, ਧੰਨ ਸੋ ਪਿਤਾ। ਆਤਮ ਰਸ ਜਿਹ ਜਾਣਿਆ, ਹਰ ਰੰਗ ਸਹਿਜੇ ਮਾਣ। ਨਾਨਕ ਧੰਨ 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 ਜਨ, ਆਏ ਤੇ ਪਰਵਾਣ। ਸੰਤਾਂ ਦੇ ਮਨ ਵਿੱਚ ਸੰਸਾਰ ਦਾ ਕੋਈ ਲੋਭ ਮੋਹ ਜਾਂ ਖਿੱਚ ਨਹੀਂ ਸੀ ਰਹੀ। ਮਨ ਸਭ ਪ੍ਰਕਾਰੀ ਸੁਆਦਾਂ ਵਾਸ਼ਨਾਵਾਂ ਤੋਂ ਉੱਪਰ ਉੱਠ ਗਿਆ ਸੀ। ਜਦੋਂ ਸੁਰਤ ਥੱਲੇ ਹੀ ਘੱਟ ਵੱਧ ਆਉਂਦੀ ਸੀ ਤਾਂ ਸੰਸਾਰ ਵੱਲ ਧਿਆਨ ਕੌਣ ਦਿੰਦਾ? ਸੁਰਤ ਤਾਂ ਇੱਕ ਹੀ ਹੈ, ਜਾਂ ਸੰਸਾਰ ਵੱਲ ਜਾਂ ਕਰਤਾਰ ਵੱਲ। ਸਾਖਤ ਪੁਰਸ਼ ਕੇਵਲ ਸੰਸਾਰ ਵੱਲ ਰੱਖਦਾ ਹੈ। ਆਮ ਆਦਮੀ ਦੋਵੇਂ ਪਾਸੇ ਰੱਖਣਾ ਚਾਹੁੰਦਾ ਹੈ। ਕੋਈ ਵਿਰਲਾ ਟਾਵਾਂ ਰਸੀੜਾ ਸੰਤਾਂ ਜਿਹਾ ਨਿਰੰਕਾਰ ਵੱਲ ਰੱਖਦਾ ਹੈ। ਆਪ ਦੀ ਲੱਤ ਤੇ ਇੱਕ ਜ਼ਖਮ ਹੋ ਗਿਆ। ਆਪ ਨੇ ਕੋਈ ਧਿਆਨ ਨਾ ਦਿੱਤਾ। ਕਦੇ ਕਦੇ ਸੇਕ ਦੇ ਛੱਡਣਾ। ਉਸ ਥਾਂ ਤੇ ਮੋਟੀ ਸਾਰੀ ਗੁੰਮੀ ਜਿਹੀ ਬਣ ਗਈ, ਜੋ ਅਖੀਰ ਤੱਕ ਦੇਹ ਦੇ ਨਾਲ ਹੀ ਨਿਭੀ। ਇਸ ਅਵਸਥਾ ਵਿੱਚ ਗੁਰਬਾਣੀ ਨਿਖੇੜ ਕੇ ਪੜ੍ਹਦੇ। ਨਿਤਨੇਮ ਤੋਂ ਇਲਾਵਾ ਕੋਈ ਹੋਰ ਗ੍ਰੰਥ ਮਿਲਦਾ ਤਾਂ ਉਹ ਵੀ ਪੜ੍ਹਦੇ। ਮੱਲਾ ਸਿੰਘ ਹੋਰਾਂ ਕੋਲ ਅਕਸਰ ਜਾਂਦੇ। ਯੋਗ ਵਿਸ਼ਿਸ਼ਟ ਦੇ ਸਾਰੇ ਨੁਕਤੇ ਉਹ ਗੁਰਬਾਣੀ ਰਾਹੀਂ ਦੱਸਦੇ। ਇੱਕ ਪਰਮੇਸ਼ਰ ਹੈ, ਦੂਜਾ ਕੁਝ ਨਹੀਂ। ਇਹ ਦਿਸਦਾ ਸੰਸਾਰ ਸਿਰਫ ਮਨ ਦੀ ਕਲਪਨਾ ਹੈ। ਗਿਆਨ ਹੋਣ ਤੇ ਸਭ ਕੁਝ ਮਨ ਵਿੱਚ ਹੀ ਸਮਾ ਜਾਂਦਾ ਹੈ। ਜਿਵੇਂ ਸੁਪਨੇ ਵਿੱਚ ਇਹ ਅਹਿਸਾਸ ਨਹੀਂ ਹੁੰਦਾ
ਕਿ ਸੁਪਨਾ ਝੂਠ ਹੈ, ਸਭ ਸੱਚ ਹੀ ਜਾਪਦਾ ਹੈ। ਜਦੋਂ ਜਾਗ ਖੁੱਲ੍ਹਦੀ ਹੈ ਫਿਰ ਪਤਾ ਲੱਗਦਾ ਹੈ ਕਿ ਇਹ ਝੂਠ ਸੀ। ਇੰਜ ਹੀ ਇਹ ਸੰਸਾਰ ਹੈ। ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ। ਗਿਆਨ ਹੋਣ ਤੇ ਇਸ ਗੱਲ ਦਾ ਪੱਕਾ ਪਤਾ ਲੱਗਦਾ ਹੈ ਕਿ ਇਹੋ ਜਗ ਤੂਏ ਕਾ ਪਹਾਰ। ਗਿਆਨ ਹੋਣ ਤੇ ਪਹਿਲੀ ਗੱਲ ਇਹ ਸਪਸ਼ਟ ਹੋ ਜਾਂਦੀ ਹੈ ਕਿ ਸੰਸਾਰ ਨਾਸ਼ਵਾਨ ਹੈ। ਇਹ ਸਭ ਅੰਤਰ ਆਤਮੇ ਸੋਝੀ ਹੋਣੀ ਹੈ। ਆਪਣੇ ਆਪ ਨੂੰ ਆਪਣਾ ਗਿਆਨ ਹੋਣਾ ਹੈ। ਆਤਮੇ ਨੂੰ ਆਤਮਾ ਦੀ ਪ੍ਰਤੀਤ ਹੋਏ, ਬਾਹਰੋਂ ਕੁਝ ਨਹੀਂ ਹੋਣਾ, ਅੰਦਰੋਂ ਹੀ ਸਭ ਲੱਭਣਾ ਹੈ। ਜਿਨੇ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਦਿਆ। ਇਹ ਮਾਇਆ ਧਾਤ ਹੈ, ਆਤਮਾ ਲਿਵ ਹੈ। ਮਾਇਆ ਬਦੋ ਬਦੀ ਮਨੁੱਖੀ ਮਨ ਨੂੰ ਸੰਗਲ ਪਾ ਲੈਂਦੀ ਹੈ, ਅਰਸ਼ੀ ਉਡਾਰੀਆਂ ਨਹੀਂ ਭਰਨ ਦਿੰਦੀ। ਜਿਹੜੀ ਵੀ ਚੀਜ਼ ਨਾਲ ਪ੍ਰਭੂ ਵਿਸਰੇ ਉਹੀ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ। ਅਗਿਆਨੀ ਮਨ ਗ੍ਰੰਥ ਪੜ੍ਹ ਪੜ੍ਹ ਜਿੰਨਾ ਮਰਜ਼ੀ ਆਖੇ, ਨਾ ਜਨਮ ਹੈ, ਨਾ ਮਰਨ ਹੈ, ਨਾ ਦੁੱਖ ਹੈ, ਨਾ ਸੋਗ ਹੈ, ਨਾ ਪਾਪ ਹੈ, ਨਾ ਪੁੰਨ ਹੈ। ਮੈਂ ਤਾਂ ਸ਼ੁੱਧ ਹਾਂ, ਆਤਮਾ ਹਾਂ। ਪਰ ਜਦੋਂ ਕਿਤੇ ਮਾਸਾ ਜਿੰਨਾ ਵੀ ਕੰਡਾ ਚੁੱਭੇ, ਸਰੀਰ 'ਚ ਕੋਈ ਵਿਗਾੜ ਆ ਜਾਵੇ, ਕਿਸੇ ਪਿਆਰੇ ਦੀ ਮੌਤ ਹੋ ਜਾਵੇ, ਅੱਖਾਂ ਸਾਹਮਣੇ ਰੂਪ ਰਸ ਆ ਜਾਵੇ, ਉਸੇ ਵੇਲੇ ਅੰਦਰ ਡੋਲ ਜਾਂਦਾ ਹੈ। ਵਿਕਾਰਾਂ ਦੀਆਂ ਲਹਿਰਾਂ ਠਾਠਾਂ ਮਾਰਨ ਲੱਗ ਪੈਂਦੀਆਂ ਹਨ। ਗਿਆਨ ਗੱਲਾਂ ਨਾਲ ਨਹੀਂ, ਮੁੱਖਾਂ ਦੀ ਸੰਗਤ ਵਿੱਚ ਆ ਕੇ ਆਪਣੇ ਅਨੁਭਵ ਨਾਲ ਹੋਣਾ ਹੈ। ਗਿਆਨ ਨਾ ਗਲਈ ਢੂੰਡੀਐ, ਕਥਨਾ ਕਰੜਾ ਸਾਰ। ਵਾਲੋ ਨਿੱਕੀ ਆਖੀਐ, ਖੰਡੇ ਤਾਰੋ ਸੁਣੀਐ ਤਿੱਖੀ। ਆਖਣ ਆਖ ਨਾ ਸਕੀਐ, ਲੇਖ ਅਲੇਖ ਨਾ ਜਾਈ ਲਿਖੀ। ਇਸ ਤਰ੍ਹਾਂ ਗੁਰਬਾਣੀ ਦੇ ਇੱਕ ਇੱਕ ਅੱਖਰ ਨੂੰ ਸੰਤਾਂ ਨੇ ਆਪਣੇ ਅਨੁਭਵ ਵਿੱਚ ਲਿਆਉਣ ਲਈ ਕਰੜਾ ਤਪ ਕੀਤਾ। ਹਰ ਵੇਲੇ ਅੰਤਰਾਤਮੇ ਜੁੜੇ ਰਹਿਣਾ, ਵੇਖ ਕੇ ਵੀ ਅਣਡਿੱਠ ਕਰਨਾ। ਇਸ ਅਵਸਥਾ ਵਿੱਚ ਜਿੰਨੇ ਵੀ ਲੋਕਾਂ ਨੇ ਉਹਨਾਂ ਨੂੰ ਵੇਖਿਆ, ਉਹ ਦੱਸਦੇ ਹਨ ਕਿ ਉਹ ਅਵਸਥਾ ਬਿਆਨ ਤੋਂ ਪਰੇ ਹੈ। ਭਾਈ ਮੱਲਾ ਸਿੰਘ ਅਗਸਤ 1946 ਵਿੱਚ ਅਕਾਲ ਚਲਾਣਾ ਕਰ ਗਏ। ਦੱਸਦੇ ਹਨ ਕਿ ਚਲਾਣੇ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਬਚਨ ਕੀਤਾ ਸੀ, ਹਜ਼ਾਰਾ ਸਿਆਂ ਤੂੰ ਸਾਥੋਂ ਅਗਾਂਹ ਲੰਘ ਗਿਆ। ਕਿਵੇਂ ਅਗਾਂਹ ਲੰਘ ਗਏ, ਕੀ ਹੋਇਆ, ਅਸੀਂ ਕੀ ਜਾਣੀਏ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਮਹਾਰਾਜ ਹਰਨਾਮ ਸਿੰਘ ਜੀ ਕਿਲੇ ਵਾਲੇ ਇੱਕ ਦੋਹੜਾ ਪੜ੍ਹਦੇ ਹੁੰਦੇ ਸਨ। ਜਿਨ੍ਹਾਂ ਦੇ ਅੰਦਰ ਰੱਤੀ ਪ੍ਰੇਮ ਦੀ, ਉਹ ਬਿਨ ਅਮਲਾਂ ਤੋਂ ਖੀਵੇ ਰਾਮ। ਅੱਠੇ ਪਹਿਰ ਮਹਿਲ ਵਿੱਚ ਚਾਨਣ, ਬਲਣ ਪ੍ਰੇਮ ਦੇ ਦੀਵੇ ਰਾਮ। ਗੁਰੂ ਨਾਨਕ ਦੇ ਕਰ ਅੰਮ੍ਰਿਤ ਵਰਸੇ, ਵਿਰਲਾ ਗੁਰਮੁਖ ਪੀਵੇ ਰਾਮ। ਮਿਹਨਤ ਕਰ ਕਰ ਲਾਲ ਵਿਹਾਜੇ, ਸਫਲ ਤਿਨਾਂ ਦਾ ਜੀਵੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।